ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। 6 ਵਜੇ ਦੀਆਂ 6 ਵੱਡੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ। ਸ਼ੁਰੂਆਤ 6ਵੀਂ ਵੱਡੀ ਖਬਰ ਤੋਂ। ਜਗਦੀਸ਼ ਝੀਂਡਾ ਵੱਲੋਂ ਜਥੇਦਾਰ ਅਕਾਲ ਤਖਤ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਹਰਿਆਣਾ ਸਿੱਖ ਲੀਡਰ ਜਗਦੀਸ਼ ਸਿੰਘ ਝੀਂਡਾ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਮਿਲੇ ਨੇ ਔਰ ਉਹਨਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ। ਝੀਂਡਾ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਮਾਰਗਦਰਸ਼ਕ ਦੀ ਭੂਮਿਕਾ ਅਦਾ ਕਰਨ। ਜਗਦੀਸ਼ ਝੀਂਡਾ ਵੱਲੋਂ ਇਹ ਕਿਹਾ ਗਿਆ ਹੈ ਕਿ ਜਥੇਦਾਰ ਅਕਾਲ ਤਖਤ ਸਾਹਿਬ ਮਾਰਗਦਰਸ਼ਕ ਦੀ ਭੂਮਿਕਾ ਅਦਾ ਕਰਨ। ਝੀਂਡਾ ਨੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ 38 ਮੈਂਬਰੀ ਐਡਹੌਕ ਕਮੇਟੀ ਜਿਹੜੀ ਹੈ ਉਸ ਨੂੰ ਰੱਦ ਕੀਤਾ ਹੈ। ਉਹਨਾਂ ਕਿਹਾ ਕਿ HSGMC ਦਾ ਪ੍ਰਧਾਨ ਹਰਿਆਣਾ ਸਰਕਾਰ ਲਿਫਾਫੇ ਚੋਂ ਕੱਢਣਾ ਚਾਹੁੰਦੀ ਹੈ। ਇਹ ਬਿਆਨ ਦਿੱਤਾ ਗਿਆ ਹੈ ਜਗਦੀਸ਼ ਸਿੰਘ ਝੀਂਡਾ ਵੱਲੋਂ ਕਿ ਸਰਕਾਰ ਨੇ ਕੰਟਰੋਲ ਕੀਤਾ ਹੈ। ਹਰਿਆਣਾ ਸਰਕਾਰ ਨੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਹਰਿਆਣਾ ਸਰਕਾਰ ਇਹ ਲਿਫਾਫੇ ਚੋਂ ਪ੍ਰਧਾਨ ਕੱਢਣਾ ਚਾਹੁੰਦੀ ਹੈ। HSGMC ਦਾ ਇਹ ਬਿਆਨ ਜਗਦੀਸ਼ ਸਿੰਘ ਝੀਂਡਾ ਵੱਲੋਂ ਦਿੱਤਾ ਗਿਆ ਔਰ ਉਹਨਾਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਕਿ ਉਹ ਮਾਰਗਦਰਸ਼ਕ ਦੀ ਭੂਮਿਕਾ ਅਦਾ ਕਰਨ। ਉਹਨਾਂ ਦੇ ਕੋਲ ਇਹ ਆਸ ਲੈ ਕੇ ਆਏ ਸਾਂ। ਦੂਜਾ ਅਸਾਂ 3 ਮਤੇ ਹੋਰ ਵੀ ਪਾਏ ਕਿ ਇਹ ਹਰਿਆਣਾ ਸਰਕਾਰ ਨੂੰ ਛੇਤੀ ਤੋਂ ਛੇਤੀ ਇਲੈਕਸ਼ਨ ਕਰਵਾਉਣਾ ਚਾਹੀਦਾ ਤੇ ਇਲੈਕਸ਼ਨ ਕਮਿਸ਼ਨ ਛੇਤੀ ਤੋਂ ਛੇਤੀ ਸਥਾਪਿਤ ਕਰੇ ਤਾਂ ਕਿ ਇਲੈਕਸ਼ਨ ਛੇਤੀ ਤੋਂ ਛੇਤੀ ਹੋ ਸਕੇ ਤੇ ਅਸੀਂ ਗੁਰੂ ਘਰਾਂ ਦੀ ਆਪਣੀ ਜਿਹੜੀ ਸੇਵਾ ਹੈ ਉਹ ਛੇਤੀ ਤੋਂ ਛੇਤੀ ਸੰਭਾਲ ਸਕੀਏ। ਤੇ ਉਹਨਾਂ ਸਾਨੂੰ ਆਸ਼ੀਰਵਾਦ ਦਿੱਤਾ ਹੈ ਕਿ ਝੀਂਡਾ ਸਾਹਿਬ ਮੈਂ ਜਿੰਨਾ ਚਿਰ ਅਕਾਲ ਤਖਤ ਦਾ ਜਥੇ ਰਹਾਂਗੇ। ਤੇ ਅਗਲੀ ਖਬਰ ਬ੍ਰੇਕਿੰਗ ਨੰਬਰ 5। ਭਾਰਤ ਜੋੜੋ ਯਾਤਰਾ ਦੇ ਵਿੱਚ ਜਗਦੀਸ਼ ਟਾਈਟਲਰ ਸ਼ਾਮਲ ਹੋਣਗੇ। 1984 ਸਿੱਖ ਦੰਗਿਆਂ ਤੇ ਟਾਈਟਲਰ ਦਾ ਵੱਡਾ ਬਿਆਨ ਆਇਆ ਹੈ ਕਿ ਮੇਰੇ ਖਿਲਾਫ ਸਿੱਖ ਵਿਰੋਧੀ ਦੰਗਿਆਂ ਦੀ ਕੋਈ FIR ਨਹੀਂ ਹੈ। ਟਾਈਟਲਰ ਨੇ ਕਿਹਾ ਕਿ CBI ਨੇ ਮੈਨੂੰ ਕਲੀਅਰੈਂਸ ਦਿੱਤੀ ਹੋਈ ਹੈ ਔਰ ਸਿੱਖ ਦੰਗਿਆਂ ਤੇ ਕੁਝ ਲੋਕ ਸਿਰਫ ਸਿਆਸਤ ਕਰ ਰਹੇ ਨੇ। ਦੱਸ ਦਈਏ ਕਿ ਭਾਰਤ ਜੋੜੋ ਯਾਤਰਾ ਦਿੱਲੀ ਪਹੁੰਚਣ ਵਾਲੀ ਹੈ, ਜਿਸ ਦੀਆਂ ਤਿਆਰੀਆਂ ਨੂੰ ਲੈ ਕੇ ਦਿੱਲੀ 'ਚ ਕਾਂਗਰਸ ਨੇ ਮੀਟਿੰਗ ਸੱਦੀ ਸੀ ਔਰ ਇਸ ਦੇ ਵਿੱਚ ਜਗਦੀਸ਼ ਟਾਈਟਲਰ ਵੀ ਸ਼ਾਮਿਲ ਸੀ। ਉਧਰ BJP ਨੇ ਜਗਦੀਸ਼ ਟਾਈਟਲਰ ਤੇ ਪਲਟਵਾਰ ਕੀਤਾ ਹੈ। ਉਹਨਾਂ ਨੇ ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਟਾਈਟਲਰ ਨੂੰ ਘੇਰਿਆ ਹੈ ਔਰ ਮਨਜਿੰਦਰ ਸਿਰਸਾ ਨੇ ਬਿਆਨ ਦਿੱਤਾ ਕਿ ਟਾਈਟਲਰ ਦੇ ਖਿਲਾਫ ਕੇਸ ਹਜੇ ਵੀ ਜਾਰੀ ਹੈ ਔਰ ਟਾਈਟਲਰ ਇਸ ਬਾਬਤ ਝੂਠ ਬੋਲ ਰਿਹਾ ਹੈ। ਸੋ ਟਾਈਟਲਰ ਨੇ ਕਲੀਨ ਚਿਟ ਦੇਣ ਦੀ ਗੱਲ ਕਹੀ ਸੀ ਪਰ ਮਨਜਿੰਦਰ ਸਿਰਸਾ ਨੇ ਕਿਹਾ ਹੈ ਕਿ ਟਾਈਟਲਰ ਬਾਰੇ ਹੁਣ ਉਹਨਾਂ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਜਵਾਬ ਦੇਣ। ਸੋ ਮਨਜਿੰਦਰ ਸਿਰਸਾ ਵੱਲੋਂ ਜਗਦੀਸ਼ ਟਾਈਟਲਰ ਤੇ ਨਿਸ਼ਾਨੇ ਸਾਧੇ ਗਏ। क्या बोले, हमें मालूम है कि हम राहुल जी के प्रोग्राम के अंदर इट इज़ एक्चुअली गॉट ए होल नेशन वर्किंग ऑन इट, the whole world is actually looking at it. Nowhere has ever, we have seen this thing what happened with Indira Gandhi's time, and this again we are seeing this at Rahul Gandhi's time. People are just joining you. Now we have to make arrangement for them to come. So that's सर, क्योंकि दिल्ली में आप यात्रा का तैयारी कर रहे हैं, वहीं रामलीला मैदान में जो है किसान आंदोलन कर रहे हैं केंद्र सरकार के खिलाफ अपनी मांगों को लेकर। I have no idea on this thing, so we are only concentrating on Rahul's meetings. वन लास्ट क्वेश्चन सर, क्योंकि लास्ट टाइम भी आप कांग्रेस की कमेटी में शामिल हुए, तब बीजेपी ने आप लोगों को तमाम छोड़िए ये पुरानी बातें हैं। ये तो सच्चाई क्या है, पॉलिटिक्स क्या है। CBI ने क्लीन चिट दी नहीं थी, दिलवाई थी जब कांग्रेस की सरकार थी। मैं आपको याद कराना चाहता हूँ, ये वही जगदीश टाइटलर है जिसको डॉक्टर मनमोहन सिंह जी ने अपनी सरकार में से बाहर का रास्ता दिखाया था जब नानावती कमीशन ने इनको इंडाइट किया था और नानावती कमीशन ने अपनी रिपोर्ट में बताया था कि इन लोगों के खिलाफ सरकार को कार्रवाई करनी चाहिए, इनके खिलाफ मुकदमे दर्ज होने चाहिए। जगदीश टाइटलर के खिलाफ अभी भी CBI कोर्ट के अंदर केस चल रहा है। उसके अंदर मेन विटनेस जो हैं उन्होंने अपनी गवाही दी है कोर्ट के, और उन्होंने अपनी गवाही में यह भी बताया है कि किस तरह जब उनके परिवार के लोगों को जिंदा जलाया गया और उस वक्त जगदीश टाइटलर वहाँ पर मौजूद थे और उनके इंस्ट्रक्शन पे ही ये सब कुछ हो रहा था पुल बंगश एरिया में, गुरुद्वारा पुल बंगश का। बहुत सारे इतने गवाह हैं और सबसे बड़ी बात, ऐसा क्या वक्त बदलाव आया है
जो जब इनको डॉक्टर मनमोहन सिंह पार्टी मंत्री पद से हटाते हैं, रिजाइन लेते हैं 1984 के इस चक्कर में ही कि आपको इंडाइटेड है बाय नानावती कमीशन, और आज 2022 में जब उनको भारत जोड़ो यात्रा का सबसे बड़ा हीरो बताया जा रहा है, इन दोनों सिचुएशनों में क्या अंतर आया ये तो कम से कम कांग्रेस सिखों को बताइए। केवल एक ही अंतर है कि आप हमसे नफरत करते थे, हैं और करते रहेंगे, यही एक कारण ਜਿਹੜੇ ਜਗਦੀਸ਼ ਟਾਈਟਲਰ ਨੇ 1984 ਚ ਦਰਦ ਦੀ ਪ੍ਰਕਾਸ਼ਤਾ ਦਿੱਤੀ, ਜਿਨੇ ਸਿੱਖਾਂ ਦੇ ਗਲਿਆਂ 'ਚ ਟਾਇਰ ਪਾਤੇ, ਜਿਨੇ ਗੁਰਦੁਆਰੇ ਸਾੜਤੇ, ਜਿਨੇ ਦੁਕਾਨਾਂ ਸਾੜੀਆਂ, ਉਹ ਜਗਦੀਸ਼ ਟਾਈਟਲਰ ਜਿਨੇ ਸਿੱਖ ਕਤਲੋ ਗਾਰਤ ਕਰਾਇਆ, ਉਹ ਰਾਹੁਲ ਗਾਂਧੀ ਦੇ ਸਹਿ ਯਾਤਰੀ ਬਣੇ। ਬੜੇ ਦੁੱਖ ਦੀ ਗੱਲ ਹੈ। ਔਰ ਟਾਈਟਲਰ ਸਾਹਿਬ ਹਜੇ ਤੇ ਰੋਜ਼ ਐਵਨਿਊ ਦਿੱਲੀ ਦੇ ਅੰਦਰ ਤੁਹਾਡੇ ਤੇ ਪਰਚਾ ਚੱਲ ਰਿਹਾ ਸਿੱਖ ਕਤਲੋ ਗਾਰਤ ਦਾ, ਜਿਹਦੀ ਡੇਟ 23 ਦਸੰਬਰ 2000 ਪਈ ਹੈ, 2022 ਉਹਦੇ 'ਚ ਡੇਟ ਪਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆਏ ਤੇ ਸਿੱਖ ਕਤਲੋ ਗਾਰਤ ਦੀਆਂ ਫਾਈਲਾਂ ਖੁੱਲੀਆਂ। ਗਾਂਧੀ ਪਰਿਵਾਰ ਨੇ ਪੂਰੀ ਕੋਸ਼ਿਸ਼ ਕੀਤੀ ਕਿ ਕਿਸੇ ਨਾ ਕਿਸੇ ਤਰੀਕੇ ਕਤਲੋ ਗਾਰਤ 'ਚ ਸ਼ਾਮਲ ਲੋਕਾਂ ਨੂੰ ਬਚਾਇਆ ਜਾ ਸਕੇ। ਤੇ ਬ੍ਰੇਕਿੰਗ ਨੰਬਰ 4 ਰਾਜ ਸਭਾ ਦੇ ਵਿੱਚ ਅੱਜ ਰਾਘਵ ਚੱਡਾ ਬੋਲੇ ਨੇ। ਸਬਸਿਡੀ ਨੂੰ ਲੈ ਕੇ ਉਹਨਾਂ ਨੇ ਕੇਂਦਰ ਸਰਕਾਰ ਨੂੰ ਘੇਰਿਆ ਹੈ ਔਰ ਰਾਘਵ ਚੱਡਾ ਨੇ ਕਿਹਾ ਕਿ ਜੇ ਕੇਂਦਰ ਸਬਸਿਡੀ ਦੇਵੇ ਤਾਂ ਉਹ ਸਬਸਿਡੀ ਹੈ ਤੇ ਜੇ ਅਸੀਂ ਸਬਸਿਡੀ ਦਈਏ ਤਾਂ ਸਰਕਾਰ ਉਸ ਨੂੰ ਰੇਵੜੀਆਂ ਕਹਿੰਦੀ ਹੈ। ਇਹ ਦੋਹਰੇ ਮਾਪਦੰਡ ਕਿਉਂ ਅਪਣਾਏ ਜਾ ਰਹੇ ਨੇ? ਰਾਘਵ ਵੱਲੋਂ ਸਪੀਚ ਦਿੱਤੀ ਗਈ ਰਾਜ ਸਭਾ ਦੇ ਵਿੱਚ ਔਰ ਉਹਨਾਂ ਕਿਹਾ ਕਿ ਕੇਂਦਰ ਦੀ ਸਬਸਿਡੀ ਤਾਂ ਸਬਸਿਡੀ ਤੇ ਸਾਡੀ ਸਬਸਿਡੀ ਰੇਵੜੀਆਂ, ਇਹ ਦੋਹਰੇ ਮਾਪਦੰਡ ਕੇਂਦਰ ਕਿਉਂ ਅਪਣਾ ਰਿਹਾ ਹੈ? ਉਹਨਾਂ ਕਿਹਾ ਕਿ ਐਮਪੀਐਸ ਨੂੰ ਮੁਫਤ ਸਹੂਲਤਾਂ ਨੇ ਤਾਂ ਆਮ ਲੋਕਾਂ ਨੂੰ ਕਿਉਂ ਨਹੀਂ? ਐਮਪੀਜ਼ ਨੂੰ ਉਹਨਾਂ ਕਿਹਾ ਕਿ ਜਿਹੜੇ ਸੰਸਦ ਨੇ ਜੇ ਉਹਨਾਂ ਨੂੰ ਮੁਫਤ ਸਹੂਲਤਾਂ ਨੇ ਤਾਂ ਫਿਰ ਆਮ ਲੋਕਾਂ ਨੂੰ ਮੁਫਤ ਸਹੂਲਤਾਂ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ? पार्लियामेंट्री डिमांड फॉर ग्रांट्स, ये मैं पढ़ रहा था सर, 3,25,757 करोड़ सरकार ने मांगे हैं। इसमें 1 लाख करोड़ एक सब्सिडी के लिए हैं, 80,000 करोड़ दूसरी सब्सिडी के लिए हैं, 45,000 करोड़ तीसरी सब्सिडी के लिए, और ऐसे सब्सिडी के पैसे मांग रहे हैं। सर ये डिमांड फॉर ग्रांट्स कहां है? ये तो डिमांड फॉर सब्सिडी है। और जब हम लोग दिल्ली में अरविंद केजरीवाल जी की सरकार गरीब आदमी को मुफ्त बिजली देती है, मुफ्त पानी देती है, मुफ्त शिक्षा देती है, मुफ्त स्वास्थ्य देती है, तो इनको हमारी सब्सिडी रेवड़ी लगती है सर। इनकी सब्सिडी, हमारी सब्सिडी रेवड़ी, ऐसा तो नहीं होगा सर। ये करें तो पुण्य, हम करें तो पाप। सर अगर आज अरविंद केजरीवाल जी की सरकार 300 यूनिट बिजली मुफ्त दे देते हैं आम आदमी को, 20,000 लीटर मुफ्त दे देते हैं, तो इन्हें दर्द होता है। ਤੇ ਅਗਲੀ ਖਬਰ ਬ੍ਰੇਕਿੰਗ ਨੰਬਰ 3 ਲੋਕਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਰੇਤ ਤੇ ਬਜਰੀ ਦਾ, ਜਿਸ ਨੂੰ ਲੈ ਕੇ ਅਕਸਰ ਪੰਜਾਬ ਦੇ ਵਿੱਚ ਸਿਆਸਤ ਵੀ ਗਰਮਾਉਂਦੀ ਰਹਿੰਦੀ ਹੈ। ਮਾਈਨਿੰਗ ਦੇ ਉੱਪਰ ਇੱਕ ਦੂਜੇ ਤੇ ਕਟਾਕਸ਼ ਬਿਆਨਬਾਜ਼ੀਆਂ ਚੱਲਦੀਆਂ ਰਹਿੰਦੀਆਂ ਨੇ। ਸੋ ਹੁਣ ਪੰਜਾਬ ਸਰਕਾਰ ਨੇ ਰੇਤ ਬਜਰੀ ਦੀ ਸਰਕਾਰੀ ਵਿਕਰੀ ਸ਼ੁਰੂ ਕਰ ਦਿੱਤੀ ਹੈ। ਬਕਾਇਦਾ ਅੱਜ ਤੋਂ ਇਸ ਦਾ ਉਦਘਾਟਨ ਕੀਤਾ ਗਿਆ ਹੈ। ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਕਿਹਾ ਹੈ ਕਿ ਹੁਣ ਰੇਤ ਮਾਫੀਆ ਤੇ ਸ਼ਿਕੰਜਾ ਕੱਸਿਆ ਜਾਏਗਾ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਕੇਂਦਰ ਜਿਹੜੇ ਹੈ ਸਰਕਾਰੀ ਰੇਤ ਬਜਰੀ ਦੇ ਵਿਕਰੀ ਕੇਂਦਰ ਇਹ ਖੋਲੇ ਜਾ ਰਹੇ ਨੇ ਔਰ ਮੋਹਾਲੀ ਦੇ ਵਿੱਚ ਅੱਜ ਖੁਦ ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਇਸ ਦੀ ਸ਼ੁਰੂਆਤ ਕੀਤੀ ਹੈ ਔਰ ਉਹਨਾਂ ਕਿਹਾ ਕਿ ਰੇਤ ਮਾਫੀਆ ਤੇ ਅਸੀਂ ਸ਼ਿਕੰਜਾ ਕੱਸਾਂਗੇ। ਸਰਕਾਰੀ ਰੇਟ ਤੇ ਇੱਥੇ ਰੇਤਾ 28 ਰੁਪਏ ਪ੍ਰਤੀ ਕਿਊਬਿਕ ਫੁੱਟ ਮਿਲੇਗਾ, 28 ਰੁਪਏ ਪ੍ਰਤੀ ਕਿਊਬਿਕ ਫੁੱਟ। ਇਸ ਤੋਂ ਇਲਾਵਾ ਜਿਹੜਾ ਹੈ ਟਰਾਂਸਪੋਰਟੇਸ਼ਨ ਦਾ ਖਰਚਾ ਹੋਏਗਾ। ਫਿਲਹਾਲ 28 ਰੁਪਏ ਪ੍ਰਤੀ ਕਿਊਬਿਕ ਫੁੱਟ ਮਿਲੇਗਾ ਔਰ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ 90% ਨਜਾਇਜ਼ ਮਾਈਨਿੰਗ ਬੰਦ ਹੋਈ ਹੈ, ਇਸੇ ਕਰਕੇ ਰੇਤੇ ਦੀ ਕਿੱਲਤ ਆਈ ਹੈ। ਉਹਨਾਂ ਕਿਹਾ ਕਿ ਨਜਾਇਜ਼ ਮਾਈਨਿੰਗ ਕਰਨ ਵਾਲੇ ਹੁਣ ਜੇਲ੍ਹਾਂ 'ਚ ਨੇ। ਰਾਤ ਨੂੰ ਮਾਈਨਿੰਗ ਕਰਨ ਤੇ ਟਿੱਪਰ ਮਾਲਕ ਤੇ 2 ਲੱਖ ਦਾ ਜੁਰਮਾਨਾ ਰੱਖਿਆ ਗਿਆ ਹੈ। ਜੁਰਮਾਨਾ ਨਾ ਭਰਨ ਤੇ ਉਹਨਾਂ ਕਿਹਾ ਕਿ ਅਸੀਂ ਟਿੱਪਰ ਨਿਲਾਮ ਕਰ ਦੇਵਾਂਗੇ ਔਰ ਹੌਲੀ-ਹੌਲੀ ਉਹਨਾਂ ਕਿਹਾ ਕਿ ਅੱਗੇ ਰੇਤ 15-16 ਰੁਪਏ ਤੇ ਬਜਰੀ ਅਸੀਂ 20-20 ਰੁਪਏ 'ਚ ਦੇਣ ਦੀ ਕੋਸ਼ਿਸ਼ ਕਰਾਂਗੇ, ਪਰ ਸ਼ੁਰੂਆਤ ਇਸ ਦੀ 28 ਰੁਪਏ ਪ੍ਰਤੀ ਕਿਊਬਿਕ ਫੁੱਟ ਤੋਂ ਅੱਜ ਕੀਤੀ ਗਈ ਹੈ। ਵਗੈਰਾ ਵੀ ਖੜੇ ਨੇ ਜੀ, ਤੁਸੀਂ ਆਪਣਾ ਵਹੀਕਲ ਵੀ ਲੈ ਕੇ ਆ ਸਕਦੇ ਹੋ। ਇੱਥੇ ਜਿਹੜਾ ਰੇਟ ਹੈ ਉਹ 28 ਰੁਪਏ ਰੱਖਿਆ ਗਿਆ। ਸਪੈਸੀਫਿਕਲੀ ਅਸੀਂ ਨਿਊ ਚੰਡੀਗੜ੍ਹ ਦੇ ਇਸ ਹਿੱਸੇ ਨੂੰ ਇਸ ਕਰਕੇ ਚੁਣਿਆ ਤਾਂ ਕਿ ਆਸ-ਪਾਸ ਬਹੁਤ ਸਾਰਾ ਕੰਸਟਰਕਸ਼ਨ ਐਕਟੀਵਿਟੀ ਹੋ ਰਹੀ ਹੈ, ਤਾਂ ਕਿ ਉਹਨਾਂ ਨੂੰ ਨੇੜੇ ਪਵੇ ਤੇ ਇੱਥੇ 2-3 ਹਜ਼ਾਰ ਰੁਪਏ ਦੇ ਕਿਰਾਏ ਨਾਲੋਂ ਆਪਣੇ ਕੋਲ ਉਹਨਾਂ ਦੇ ਕੋਲ ਸਮਾਨ ਪਹੁੰਚ ਜਾਵੇ। ਇਦਾਂ ਦੇ ਸੇਲ ਸੈਂਟਰ ਸਾਡੀ ਕੋਸ਼ਿਸ਼ ਹੈ ਹਰ ਜ਼ਿਲ੍ਹੇ 'ਚ, ਪਰ ਪ੍ਰਾਇੋਰਟੀ ਹੈ ਲੁਧਿਆਣਾ ਤੇ ਜਲੰਧਰ। ਜੇ ਸਾਨੂੰ ਕੋਈ ਵੀ ਟਿੱਪਰ, ਕੋਈ ਟਰਾਲੀ, ਕੋਈ ਵੀ ਵਹੀਕਲ ਸੜਕ ਤੇ ਮਿਲ ਗਿਆ ਜਿਹਦੇ ਨੂੰ ਰੋਕੇ ਜਾਣ ਦੇ ਉੱਤੇ ਜਿਹਦੇ ਕੋਲ ਕਾਗਜ਼ ਨਾ ਹੋਏ ਤਾਂ ਅਸੀਂ ਉਹਦਾ 2 ਲੱਖ ਰੁਪਏ ਜੁਰਮਾਨਾ ਕਰਾਂਗੇ। ਕੋਈ ਪਰਚਾ ਨਹੀਂ, ਗੱਡੀ ਬਾਉਂਡ, 2 ਲੱਖ ਰੁਪਏ ਜੁਰਮਾਨਾ। ਜੇ ਅਗਰ ਨਹੀਂ ਦਿੰਦੇ 14 ਦਿਨ ਬਾਅਦ ਉਹਨੂੰ ਆਕਸ਼ਨ ਕਰ
ਤੇ ਅਗਲੀ ਵੱਡੀ ਖਬਰ ਬ੍ਰੇਕਿੰਗ ਨੰਬਰ 2 ਸੀਐਮ ਦੇ ਇਨਵੈਸਟਮੈਂਟ ਮਿਸ਼ਨ ਦਾ ਜਾਂ ਸੀਐਮ ਦੇ ਇਨਵੈਸਟਮੈਂਟ ਦੌਰੇ ਦਾ ਜ਼ਿਕਰ ਕਰਦੇ ਹਾਂ। ਸੀਐਮ 2 ਦਿਨਾਂ ਦੌਰੇ ਤੇ ਨੇ, ਚੇਨਈ ਹੈਦਰਾਬਾਦ। ਅੱਜ ਚੇਨਈ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਨੇ ਔਰ ਕੱਲ ਨੂੰ ਹੈਦਰਾਬਾਦ ਦੇ ਵਿੱਚ ਮੀਟਿੰਗਾਂ ਹੋਣੀਆਂ ਨੇ। ਇਨਵੈਸਟ ਪੰਜਾਬ ਦੇ ਤਹਿਤ ਸੀਐਮ ਚੇਨਈ ਪਹੁੰਚੇ ਨੇ, ਯਾਨੀ ਜਿਹੜੇ ਵੱਡੇ ਕਾਰੋਬਾਰੀ ਨੇ ਉਹਨਾਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਪੰਜਾਬ 'ਚ ਨਿਵੇਸ਼ ਕਰਨ ਦੇ ਲਈ ਪ੍ਰੇਰਿਤ ਕਰ ਰਹੇ ਨੇ। ਔਰ ਸੀਐਮ ਨੇ ਕਿਹਾ ਹੈ ਕਿ ਪੰਜਾਬ ਨਿਵੇਸ਼ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਪੰਜਾਬੀਆਂ ਦੇ ਕੋਲ ਬਹੁਤ ਸਾਰੇ ਆਈਡੀਆਜ਼ ਨੇ, ਸਰਕਾਰ ਉਹਨਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਨੂੰ ਤਿਆਰ ਹੈ। ਉਹਨਾਂ ਕਿਹਾ ਕਿ ਹੁਣ ਪੰਜਾਬ ਇੱਕ ਪਰਿਵਾਰ ਦੇ ਹੱਥ 'ਚ ਨਹੀਂ ਹੈ। 80% ਟਰੈਕਟਰ ਜਿਹੜੇ ਨੇ ਪੰਜਾਬ 'ਚ ਹੀ ਬਣਦੇ ਨੇ ਔਰ ਐਗਰੋ ਇੰਡਸਟਰੀ ਦੀਆਂ ਪੰਜਾਬ ਦੇ ਵਿੱਚ ਬੇਹੱਦ ਸੰਭਾਵਨਾਵਾਂ ਨੇ। ਸੀਐਮ ਨੇ ਕਿਹਾ ਕਿ ਪੰਜਾਬ ਦੇ ਵਿੱਚ ਫੂਡ ਪ੍ਰੋਸੈਸਿੰਗ ਦੇ ਲਈ ਵੀ ਵੱਡੀਆਂ ਸੰਭਾਵਨਾਵਾਂ ਨੇ ਔਰ ਸਰਕਾਰ ਇਸ ਤੇ ਕੰਮ ਕਰ ਰਹੀ ਹੈ। ਪਹਿਲਾਂ ਦੀਆਂ ਸਰਕਾਰਾਂ ਨੇ ਕਾਰੋਬਾਰੀਆਂ ਨੂੰ ਸੁਖਾਵਾਂ ਮਾਹੌਲ ਨਹੀਂ ਦਿੱਤਾ, ਇਸ ਕਰਕੇ ਕਾਰੋਬਾਰੀ ਪੰਜਾਬ ਦੇ ਵਿੱਚ ਨਹੀਂ ਆਏ। ਪਰ ਉਹਨਾਂ ਕਿਹਾ ਕਿ ਸਾਡੀ ਸਰਕਾਰ ਕਾਰੋਬਾਰੀਆਂ ਨੂੰ ਸੁਖਾਵਾਂ ਮਾਹੌਲ ਪ੍ਰਦਾਨ ਕਰੇਗੀ ਤਾਂ ਕਿ ਵੱਧ ਤੋਂ ਵੱਧ ਇੰਡਸਟਰੀ, ਵੱਧ ਤੋਂ ਵੱਧ ਉਦਯੋਗ ਪੰਜਾਬ ਦੇ ਵਿੱਚ ਲਿਆਂਦੇ ਜਾ ਸਕਣ। एग्रो इंडस्ट्री में बहुत स्कोप है। हम वैसे भी पहले भी हम ट्रैक्टर्स 80% ऑफ ट्रैक्टर्स पंजाब में बनते हैं। स्वराज है, सोनालिका है, प्रीत है और लोकल कंबाइंस बनती हैं। और एग्रो फार्मिंग में और मोर ओवर फूड प्रोसेसिंग में बहुत कुछ हो सकता है हमारे यहाँ। इतनी फर्टाइल लैंड है कि आप जो भी बीज दोगे वो उगेगा। तो मतलब फूड प्रोसेसिंग के लिए जो भी कंपनियां आ रही हैं हम उनको अप्रिशिएट कर रहे हैं। हॉलैंड से भी कुछ MOU साइन हुए हैं कि वो राजपुरा में आना चाहते हैं। तो अगले साल तक हमारा टीचा ये है कि हमारे जो यूथ है उनको मतलब आईलेट्स करके कनाडा अमेरिका जाने की ज़रूरत ना पड़े। हमारा यूथ जॉब सीकर्स ना बने, जॉब प्रोवाइडर्स बने। ਤੇ ਅੱਜ ਦੀ ਪਹਿਲੀ ਵੱਡੀ ਖਬਰ, ਪੰਜਾਬ ਦੇ 2 ਨਾਮੀ ਗਾਇਕਾਂ ਤੇ ਇਨਕਮ ਟੈਕਸ ਦੀ ਰੇਡ ਪਈ ਹੈ। 2 ਸਿੰਗਰਾਂ ਤੇ ਆਈਟੀ ਦੀ ਰੇਡ ਪਈ ਹੈ। ਕੰਵਰ ਗਰੇਵਾਲ ਤੇ ਰਣਜੀਤ ਬਾਵਾ, 2 ਸਿੰਗਰ ਜਿਨ੍ਹਾਂ ਤੇ ਆਈਟੀ ਦੀ ਰੇਡ ਪਈ ਹੈ। ਕੰਵਰ ਗਰੇਵਾਲ ਤੇ ਰਣਜੀਤ ਬਾਵਾ ਦੋਨਾਂ ਦੇ ਵੱਖ-ਵੱਖ ਟਿਕਾਣਿਆਂ ਤੇ ਇਨਕਮ ਟੈਕਸ ਵਿਭਾਗ ਨੇ ਛਾਪੇ ਮਾਰੇ ਨੇ। ਕਾਫੀ ਜਿਹੜੇ ਕਾਗਜ਼ਾਤ ਨੇ ਉਹ ਕਬਜ਼ੇ ਦੇ ਵਿੱਚ ਲਏ ਗਏ ਨੇ। ਬਾਵਾ ਦੇ ਘਰ ਜਿਹੜੀ ਬਟਾਲਾ ਰੇਡ ਪਈ ਸੀ ਉਹਨਾਂ ਦੇ ਘਰੇ ਉਹ ਓਵਰ ਹੋ ਗਈ ਹੈ। ਉੱਥੋਂ ਆਈਟੀ ਦੇ ਜਿਹੜੇ ਅਧਿਕਾਰੀ ਨੇ ਉਹ ਜਾ ਚੁੱਕੇ ਨੇ। ਕੰਵਰ ਗਰੇਵਾਲ ਦੇ ਮੁਹਾਲੀ ਵਾਲੇ ਅਪਾਰਟਮੈਂਟ ਦੇ ਵਿੱਚ ਚੈਕਿੰਗ ਚੱਲ ਰਹੀ ਹੈ। ਰਣਜੀਤ ਬਾਵਾ ਦੇ 4 ਟਿਕਾਣਿਆਂ ਤੇ ਛਾਪੇਮਾਰੀ ਹੋਈ ਹੈ। ਬਟਾਲੇ ਵਾਲੇ ਜੱਦੀ ਘਰ 'ਚ ਰੇਡ ਹੋਈ ਸੀ, ਉਹ ਖਤਮ ਹੋ ਗਈ ਹੈ। ਉੱਥੋਂ ਅਧਿਕਾਰੀ ਚਲੇ ਗਏ ਨੇ। ਆਈਟੀ ਨੇ ਦੋਵੇਂ ਸਿੰਗਰਾਂ ਦੇ ਟਿਕਾਣਿਆਂ ਤੋਂ ਕੁਝ ਕਾਗਜ਼ਾਤ ਜਿਹੜੇ ਜ਼ਬਤ ਕੀਤੇ ਨੇ। ਜਿਹੜੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਇਹ ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੀਆਂ ਨੇ। ਜਦੋਂ ਰੇਡ ਖਤਮ ਹੋਈ ਆਈਟੀ ਦੀ ਉਸ ਤੋਂ ਬਾਅਦ ਕੁਝ ਦਸਤਾਵੇਜ਼ ਆਪਣੇ ਕਬਜ਼ੇ 'ਚ ਲੈ ਕੇ ਆਈਟੀ ਦੇ ਜਿਹੜੇ ਅਧਿਕਾਰੀ ਸੀ ਉਹ ਉੱਥੋਂ ਨਿਕਲੇ ਨੇ। ਦੱਸ ਦਈਏ ਕਿ ਇਹ ਦੋਨੇ ਗਾਇਕ ਜਿਹੜੇ ਨੇ ਰਣਜੀਤ ਬਾਵਾ ਜਾਂ ਕੰਵਰ ਗਰੇਵਾਲ ਦੋਨਾਂ ਨੇ ਜਿਸ ਵੇਲੇ ਕਿਸਾਨ ਅੰਦੋਲਨ ਸੀ ਉਸ ਵੇਲੇ ਪੰਜਾਬੀ ਗਾਇਕਾਂ ਦੇ ਵਿੱਚੋਂ ਸਭ ਤੋਂ ਵੱਧ ਚੜ ਕੇ ਯੋਗਦਾਨ ਪਾਇਆ ਸੀ ਰਣਜੀਤ ਬਾਵਾ ਤੇ ਕੰਵਰ ਗਰੇਵਾਲ। ਸੋ ਅੱਜ ਆਈਟੀ ਦੀ ਰੇਡ ਦੋਨਾਂ ਤੇ ਹੋਈ ਹੈ ਔਰ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਇਸ ਤੇ ਸਵਾਲ ਵੀ ਉਹਨਾਂ ਦੇ ਪਰਿਵਾਰਾਂ ਵੱਲੋਂ ਵੀ ਚੱਕੇ ਜਾ ਰਹੇ ਨੇ। ਰਣਜੀਤ ਬਾਵਾ ਦਾ ਪਰਿਵਾਰ ਕੀ ਕਹਿ ਰਿਹਾ ਤੁਹਾਨੂੰ ਸੁਣਾਉਂਦੇ ਹਾਂ। ਇਹ ਤੇ ਸਾਰਾ ਕੁਝ ਸੀਕ੍ਰੇਟ ਹੈ ਅਕੋਰਡਿੰਗ ਟੂ ਗਵਰਨਮੈਂਟ ਰੂਲਸ। ਮੈਂ ਤੁਹਾਨੂੰ ਕੁਝ ਵੀ ਡਿਸਕਲੋਜ਼ ਨਹੀਂ ਕਰ ਸਕਦੀ। ਉਹਨਾਂ ਨੇ ਉਹ ਆਪਣੀ ਗਵਰਨਮੈਂਟ ਡਿਊਟੀ ਨੂੰ ਬਾਉਂਡ ਸੀਗੇ, ਅਸੀਂ ਉਹਨਾਂ ਨਾਲ ਪੂਰਾ ਕੋਆਪਰੇਟ ਕੀਤਾ। ਜੋ ਉਹਨਾਂ ਦੀ ਡਿਊਟੀ ਸੀਗੀ ਉਹ ਕਰਕੇ ਗਏ, ਦੈਟਸ ਇਟ। ਅੰਦਰ ਇੰਨੀ ਦੇਰ ਬੈਠੇ ਰਹੇ ਨੇ, ਕੁਝ ਉਹਨਾਂ ਤਲਾਸ਼ੀ ਵਗੈਰਾ ਵੀ ਲਈ ਅੰਦਰ ਸਮਾਨ। ਸਰ ਦੈਟ ਇਜ਼ ਵੈਰੀ ਸੀਕ੍ਰੇਟ, ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦੀ ਕਿਉਂਕਿ ਉਹ ਆਪਣੀ ਡਿਊਟੀ ਨੂੰ ਬਾਉਂਡ ਹੈ। ਜੇ ਸਭ ਕੁਝ ਪਬਲਿਕਲੀ ਕਰਨਾ ਹੁੰਦਾ ਤੇ ਮੇਬੀ ਉਹ ਤੁਹਾਨੂੰ ਆਪਣਾ ਇੰਟਰਵਿਊ ਦੇ ਕੇ ਜਾਂਦੇ। ਤੁਸੀਂ ਉਹਨਾਂ ਦੇ ਕੋਲ ਹੀ ਸੀਗੇ। ਮੈਂ ਤੇ ਜਸਟ ਇੱਕ ਹਾਂਜੀ ਫੈਮਿਲੀ ਮੈਂਬਰ ਦੇ ਤੌਰ ਤੇ ਆਈ ਹਾਂ। ਬਾਕੀ ਉਹਨਾਂ ਨੇ ਆਪਣੀ ਡਿਊਟੀ ਜਿਸ ਤਰ੍ਹਾਂ ਦੀ ਉਹਨਾਂ ਨੇ ਕਰਨੀ ਸੀਗੀ ਉਹਨਾਂ ਡਿਊਟੀ ਕੀਤੀ। ਬਸ ਮੈਂ ਤੁਹਾਨੂੰ ਕੁਝ ਵੀ ਡਿਸਕਲੋਜ਼ ਨਹੀਂ ਕਰ ਸਕਦੀ ਕਿਉਂਕਿ ਇਸ ਵੇਲੇ ਪੰਜਾਬ ਹਾਂਜੀ 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 ਉਹ ਚੰਡੀਗੜ੍ਹ ਨੇ, ਉਹ ਉੱਥੇ ਆਪਣੇ ਉਹ ਵੀ ਆਪਣੇ ਕੁਝ ਕਰ ਰਹੇ ਹੋਣਗੇ, ਮੈਨੂੰ ਨਹੀਂ ਪਤਾ। ਮੈਂ ਤੇ ਆਪਣੇ ਇਨ-ਲॉज ਸਹੁਰਿਆਂ ਤੋਂ ਆਈ ਹਾਂ ਜੀ। ਤਾਂ 2 ਸਿੰਗਰਾਂ ਦੇ ਵੱਖ-ਵੱਖ ਟਿਕਾਣਿਆਂ ਤੇ ਆਈਟੀ ਦੀ ਰੇਡ ਹੋਈ ਹੈ। ਰਣਜੀਤ ਬਾਵਾ ਦੇ ਸਿਸਟਰ ਸੀ, ਉਹਨਾਂ ਦੀ ਭੈਣ ਸੀ ਜਿਨ੍ਹਾਂ ਵੱਲੋਂ ਇਹ ਗੱਲਬਾਤ ਕੀਤੀ ਜਾ ਰਹੀ ਸੀ। ਉਹਨਾਂ ਨੇ ਕਿਹਾ ਕਿ ਇਹ ਕਿਉਂਕਿ ਮਸਲਾ ਜਿਹੜਾ ਹੈ ਉਹ ਕੌਨਫੀਡੈਂਸ਼ੀਅਲ ਹੈ, ਇਸ ਕਰਕੇ ਉਹ ਕੁਝ ਵੀ ਸਾਂਝਾ ਨਹੀਂ ਕਰ ਸਕਦੇ। ਉਹਨਾਂ ਨੇ ਕਿਹਾ ਕਿ ਉਹ ਆਪਣੀ ਡਿਊਟੀ ਨਿਭਾਉਣ ਆਏ ਸੀ, ਡਿਊਟੀ ਬਾਉਂਡ ਸੀ, ਉਹ ਆਪਣੀ ਡਿਊਟੀ ਨਿਭਾ ਕੇ ਚਲੇ ਗਏ ਨੇ ਤੇ ਅਸੀਂ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਦੇ ਸਕਦੇ। ਪਰ ਪਰਿਵਾਰ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਕੋਆਪਰੇਟ ਕੀਤਾ ਹੈ। ਸੋ 2 ਨਾਮੀ ਗਾਇਕ ਪੰਜਾਬ ਦੇ ਰਣਜੀਤ ਬਾਵਾ ਤੇ ਕੰਵਰ ਗਰੇਵਾਲ ਦੋਨਾਂ ਦੇ ਵੱਖ-ਵੱਖ ਟਿਕਾਣਿਆਂ ਤੇ ਆਈਟੀ ਨੇ ਛਾਪੇਮਾਰੀ
ਕੀਤੀ ਹੈ, ਉਹਨਾਂ ਦੇ ਘਰਾਂ ਤੇ ਛਾਪੇਮਾਰੀ ਕੀਤੀ ਹੈ, ਉਹਨਾਂ ਦੇ ਦਫ਼ਤਰਾਂ ਤੇ ਛਾਪੇਮਾਰੀ ਕੀਤੀ ਹੈ ਔਰ ਉੱਥੋਂ ਕਾਫੀ ਸਾਰੇ ਜਿਹੜੇ ਕਾਗਜ਼ਾਤ ਨੇ ਉਹ ਕਾਗਜ਼ਾਤ ਕਬਜ਼ੇ ਦੇ ਵਿੱਚ ਲਏ ਗਏ ਨੇ ਆਈਟੀ ਟੀਮ ਦੇ ਅਧਿਕਾਰੀਆਂ ਦੇ ਵੱਲੋਂ। ਸੋ ਅਮਨ ਭਾਰਦਵਾਜ ਸਾਡੇ ਸਹਿਯੋਗੀ ਜੁੜ ਰਹੇ ਨੇ, ਅਮਨ ਦਾ ਰੁਖ ਕਰਦੇ ਹਾਂ। ਅਮਨ, ਕੀ ਇਸ ਵੇਲੇ ਮੋਹਾਲੀ ਦੇ ਵਿੱਚ ਕੀ ਚੱਲ ਰਿਹਾ ਹੈ? ਕਿਉਂਕਿ ਬਟਾਲਾ ਦੇ ਵਿੱਚ ਰੇਡ ਓਵਰ ਹੋਈ ਰਣਜੀਤ ਬਾਵਾ ਦੇ ਘਰ, ਸੋ ਹੁਣ ਮੋਹਾਲੀ 'ਚ ਕੰਵਰ ਗਰੇਵਾਲ ਦੇ ਘਰ ਜਿਹੜੀ ਟੀਮ ਆਈ ਸੀ, ਕੀ ਉਹਨਾਂ ਨੇ ਕਿਸੇ ਬਾਬਤ ਕੁਝ ਦੱਸਿਆ ਕਿ ਕਿਉਂ ਇਹ ਰੇਡ ਹੋਈ ਹੈ ਔਰ ਕੀ ਕੁਝ ਉਹਨਾਂ ਨੇ ਕਬਜ਼ੇ ਦੇ ਵਿੱਚ ਲਿਆ? ਕੁਝ ਪਤਾ ਲੱਗਿਆ, ਕੁਝ ਅਪਡੇਟ? देखो विजय, मैं इस वेले रंजीत बावा दी जिहड़ी मोहाली सैक्टर 69 दी रहायश है उत्थे मौजूद हाँ। उत्थे दीयां तस्वीरां तुहानूं नाल दी नाल विखा भी दिंदा है और जिहड़ी जानकारी है ये तुसीं देखो 1553 नंबर इत्थे रेड इनकम टैक्स डिपार्टमेंट दी हले भी चल रही है। 8:45 सवेर दे लेके हुण तक तकरीबन 9.5 घंटे हो चुके ने। रंजीत बावा दी गड्डियां तो लेके चाहे वो दूसरे अपार्टमेंट नाल बनी हुई है, जिहड़े उन्हां दे करीबी ने उन्हां दे रहण लई जो कामकाज देखदे ने, तां उत्थे भी चाबी मंगा के लोग खलवाए गए। उस तो इलावा चारे गड्डियां जड़ियां लाइन च खड़ियां ने, थार है, इस तो अगे फॉर्च्यूनर डिफेंडर खड़ी है, चौथी गड्डी लैंड क्रूजर, चारे गड्डियां नूं खंगालिया गया। उत्थे उस दे अंदर की कागजात ने, केड़ी गड्डी किस दे नां है और अंदर चाहे वो सोने दे रूप च कोई मटीरियल होवे चाहे कैश होवे तां उसदी भी जिहड़े कागजात संबंधित ने वो भी चैक कीते गए। उस तो इलावा उन्होंने हैडकुआटर भी स्कैन करके भेजा गया, इत्थे स्कैनर लेके गए और तुसीं देखो कि सुरक्षा मुलाजम जिहड़े CRPF दे नाल मौजूद सुरक्षा लई आए ने वो बाहर खड़े ने, कुछ अंदर नाल मौजूद ने, क्योंकि 7 तो 8 अधिकारी ने विजय जो अंदर लगातार जिन्होंने रेड की है। सवेर तो लेके दोपहर लंच जरूर होया, वो भी बाहरों आया डिपार्टमेंट का और उस तो बाद रेड जिहड़ी है वो कंटीन्यू हैगी है। जिहड़े डिपार्टमेंट दे बाहर भी लोग की आ रहे ने अधिकारी, उन्हां नाल भी असीं पुछिआ, सिर्फ इन्नी जानकारी उन्होंने दित्ती है कि रेड हले चल रही है और ये भी सोर्सिस ने दस्सिया कि ये रेड लंबी चल सकती है, कल तक भी हो सकता है कि इसनूं कंटीन्यू रखिया जाए। जिहड़ी इत्थे दी रिहाइश है कन्वर गरेवाल दी भी रेड क्योंकि सीगी, उत्थे भी यही सेम प्रोसैस हुंदा है जो एजेंसियां इस तरीके दे नाल चाहे वो IT है चाहे वो होर एजेंसी है जो रेड कर दी, एक तो खबर नहीं होंगी, दूजी गल ये भी है कि परिवार नूं क्योंकि उन्होंने मदर जिहड़े ने वो जरूर पहला अंदर गए, उन्होंने असीं विजुअल्स दिखाए, उस तो बाहर इत्थे चक्कर कट रहे सी और तुसीं देखो अंदर जे तुहानूं कैमरे च नज़र आ सके तां अंदर क्योंकि उन्होंने मदर मौजूद ने तो वो भी बाहर आके गलबात उन्होंने नहीं की क्योंकि मना ही है कि ना ही फोन किसी नूं ना ही कोई गलबात जिहड़ी है की जाए। और अंदर तुहानूं शायद नज़र आण कैमरे के जरिए कि चाहे वो सुरक्षा कर्मी है, पिछे उन्होंने मदर जिहड़े ने अंदर बैठे हुए ने, इत्थे रंजीत बावा मौजूद है, वो भी अंदर एवें ही बैठ के कोऑपरेशन की गल जरूर कह रहे हैं। जिहड़े उन्होंने करीबी बाहर आके गलबात कर रहे सी कि कोऑपरेट किया जा रहा है और चाहे परिवार दे जिन्होंने गड्डियां भी चैक कराइया, कोई कागजात मंगे गए, कुछ स्कैन करना है, कुछ चाबियां चाहिए सीगियां तो उन्होंने रिकॉर्ड की ने वो भी विभाग नूं दिते गए ने। लेकिन इन्ना जरूर है कि हुण तक ये रेड जिहड़ी है विजय वो चल रही है और जिस तरीके की भी कोऑपरेशन की गल कही जा रही सी वो भी की जा रही है। ये नाल दे करीबियां दा कहना है। लेकिन सवेरे जिहड़ा प्लान सीगा, जिवें रंजीत बावा ने सवेरे निकलना सी बटाले लई, उस तो बाद अंमृतसर भी स्कैड्यूल सीगा तो वो भी किते ना किते नहीं गए सवेरे, क्योंकि सवेरे 8:45 बजे ही अधिकारी पहुंचे और उस तो बाद अधिकारी जेड़े कुछ आ रहे ने कुछ जा रहे ने, क्योंकि अपने हिसाब दे नाल सवेर तो ही रेड कंटीन्यू है तो इन्ने समय कुछ अधिकारी बदलते भी ने। लेकिन ये रेड जिहड़ी है हुण तक विजय चल रही है। परिवार अंदर मौजूद है, रंजीत बावा अंदर मौजूद है और कारण हालांकि इन्ना जरूर पता लग्या कि कॉन्ट्रीब्यूशन जिसका तुसीं भी जिक्र किया कारण वो है, लेकिन अधिकारी ऑफिशियल तौर पे कुछ नहीं इससे बोल रहे। इन्ना जरूर है कि रेड हले चल रही है, कुछ के इंतजार होर करना होगा, इन्ना जरूर अधिकारियों ने कहा है। विजय जी ठीक है, धन्यवाद अमन। ये तस्वीरां दिखाउण दे लई वख-वख तस्वीरां असीं दिखा रहे हां मोहाली तो बटाला तो रंजीत बावा ते कंवर गरेवाल दोनों के वख-वख ठिकाणियां ते रेड हुई है। हालांकि बटाला च रेड ओवर हो गई है पर मोहाली दे विच रेड चल रही है और हले ये लंबी चलण की उम्मीद है। एक छोटे जिहे कमर्शियल ब्रेक के लिए रुकना है, बहुत जल्द वापस आने।